सत श्री अकाल। बाज टीवी देख रहे सारे दर्शकों का स्वागत है। मैं तरसीम अरोड़ा लेके हाजिर हाँ अज दियां खास खबरां। पंजाब विधान सभा चोणां विच आम आदमी पार्टी के मुख मंत्री अहुदे दे उम्मीदवार भगवंत मान ने कहा कि वह 16 मार्च नूं शहीद भगत सिंह दे पिंड खटकड़ कला विखे मुख मंत्री वजों सौं चुकणगे। ਧੂਰੀ सीट जितण तो बाद उन्होंने कहा कि मैं राज भवन विच नहीं बल्कि भगत सिंह दे पिंड खटकड़ कला विच मुख मंत्री अहुदे दी सौं चुकांगा। इस दे नाल ही उन्होंने कहा कि किसी भी सरकारी दफ्तर विच मुख मंत्री दी तस्वीर नहीं होवेगी, सगों शहीद भगत सिंह अते बाबा साहिब अंबेडकर दीआं तस्वीरां लगाईआं जाणगीआं। पहला फैसला तो होगा कि किसी भी सरकारी दफ्तर च पंजाब दे विच मुख मंत्री की फोटो नहीं लगूगी। शहीद आजम भगत सिंह और बाबा साहब अंबेडकर एक ने सानू आज़ादी दवाई, दूजे ने आज़ाद मुल्क का संविधान लिखा, सानू समानता दी। दोनों दी फोटो लग्या करनी कि जिहड़े हिसाब से तुसीं प्यार दिता है, आप इनकलाब जिंदाबाद के नारे नाल शुरू करते हैं, इनकलाब जिंदाबाद के नारे नाल खत्म करते हैं, तो शहीद आजम भगत सिंह की आत्मा जिहड़ी है थोड़ा बहुत उन्होंने सुकून मिलता हो। हैगे ने हजे जिन्हों ने साडा इनकलाब वाला दीवा बुझण नहीं दिता। तो आपां जो सौं चुकांगे, तुहानूं खुला सद्दा है। पहलां सौहां जिहड़ियां सी ना वो राज भवनां चुक्कियां जांदियां सी जां महलां च चुक्कियां जांदियां सी। हुण ओह सौहां जिहड़ियां ने वो शहीदां दे पिंडां च आ गईयां। खटकड़ कलां सौं चुकांगे, तरीक तुहानूं दस देंगे। पंजाब के हारे हुए मुख मंत्री चरणजीत सिंह चन्नी ने अज राजपाल नूं अपना अस्तीफा सौंप दिता है। उस सवेरे राजपाल नूं मिले अते पंजाब विधान सभा नूं भंग करन दी सिफारिश की। इस मौके चन्नी ने कहा कि लोकां दा फैसला सिर मत्थे है। उम्मीद है कि नवीं सरकार लोक हित लई शुरू कीते काम नूं जारी रखेगी। पंजाब 'ਚ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਗਵਰਨਰ ਹਾਊਸ ਤੋਂ ਬਾਹਰ ਨਿਕਲਦਿਆਂ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਸਮੁੱਚੀ ਕੈਬਨਿਟ ਸਮੇਤ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਹੈ। ਉਹਨਾਂ ਨੂੰ 15ਵੀਂ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਤੱਕ ਰਾਜਪਾਲ ਨੇ ਉਹਨਾਂ ਨੂੰ ਕਾਰਜਭਾਰ ਸੰਭਾਲਣ ਲਈ ਕਿਹਾ ਹੈ। ਇਸ ਤਰ੍ਹਾਂ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਤੱਕ ਚਰਨਜੀਤ ਸਿੰਘ ਚੰਨੀ ਹੁਣ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣਗੇ। ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜਨਤਾ ਦਾ ਜੋ ਫੈਸਲਾ ਹੈ ਉਹ ਸਿਰ ਮੱਥੇ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ ਅਤੇ ਇਸ ਬਦਲਾਅ ਲਈ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹਨਾਂ ਦੀ ਅਗਲੀ ਸਰਕਾਰ ਨੂੰ ਅਪੀਲ ਹੈ ਕਿ ਪਿਛਲੇ 111 ਦਿਨਾਂ ਦੌਰਾਨ ਉਹਨਾਂ ਦੀ ਸਰਕਾਰ ਵੱਲੋਂ ਜੋ ਵੀ ਕੰਮ ਕੀਤੇ ਗਏ ਹਨ ਉਹ ਵੀ ਉਹਨਾਂ ਨੂੰ ਜਾਰੀ ਰੱਖਣ। ਚੰਨੀ ਨੇ ਕਿਹਾ ਹੈ ਕਿ ਇਹਨਾਂ 111 ਦਿਨਾਂ ਦੌਰਾਨ ਉਹਨਾਂ ਦੀ ਸਰਕਾਰ ਵੱਲੋਂ 111 ਫੈਸਲੇ ਲਏ ਗਏ ਹਨ, ਜਿਨ੍ਹਾਂ ਵਿੱਚ ਬਿਜਲੀ ਦੇ ਰੇਟ ਘਟਾਉਣਾ, ਪੈਟਰੋਲ ਡੀਜ਼ਲ ਦੇ ਰੇਟ ਘਟਾਉਣਾ, ਬਿਜਲੀ ਦੇ ਬਕਾਇਆ ਬਿੱਲ ਮਾਫ ਕਰਨਾ ਸ਼ਾਮਲ ਹਨ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਨਵੀਂ ਸਰਕਾਰ ਨੇ ਜਨਤਾ ਨਾਲ ਜੋ ਵਾਅਦਾ ਕੀਤੇ ਹਨ ਉਹ ਉਹਨਾਂ ਤੇ ਖਰੇ ਉਤਰੇਗੀ। ਦੱਸਣਯੋਗ ਹੈ ਕਿ ਅਸਤੀਫਾ ਦੇਣ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਕੈਬਨਿਟ ਮੀਟਿੰਗ ਵੀ ਕੀਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਵੱਲੋਂ ਇਹ ਐਲਾਨ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਭਾਜਪਾ ਗੱਠਜੋੜ ਦੀ ਬੁਰੀ ਤਰ੍ਹਾਂ ਹਾਰ ਕਰਕੇ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇੱਕ 65 ਜਿੱਤ ਪ੍ਰਾਪਤ ਕਰਦੇ ਹੋਏ 92 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ, ਜਦਕਿ ਅਕਾਲੀ ਦਲ ਸੰਯੁਕਤ ਦੇ ਗੱਠਜੋੜ ਭਾਈਵਾਲ ਭਾਜਪਾ ਨੂੰ ਸਿਰਫ 2 ਸੀਟਾਂ ਤੇ ਹੀ ਜਿੱਤ ਨਸੀਬ ਹੋਈ ਹੈ। ਭਾਜਪਾ ਨਾਲ ਗੱਠਜੋੜ ਕਰਕੇ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਉਤਰੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਚੋਣਾਂ ਵਿੱਚ ਹੋਈ ਵੱਡੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਸੁਖਦੇਵ ਢੀਂਡਸਾ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਭਾਜਪਾ ਨਾਲ ਗੱਠਜੋੜ ਜਾਰੀ ਰਹੇਗਾ, ਉਹ ਸਿਰਫ ਪਾਰਟੀ ਦੀ ਪ੍ਰਧਾਨਗੀ ਤੋਂ ਹੀ ਅਸਤੀਫਾ ਦੇ ਰਹੇ ਹਨ। ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਬੋਲਦਿਆਂ ਕਿਹਾ ਹੈ ਕਿ ਸੁਖਵੀਰ ਬਾਦਲ ਨੂੰ ਵੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸੁਖਵੀਰ ਬਾਦਲ ਨੂੰ ਹਟਾਉਣਾ ਹੋਵੇਗਾ। ਸੁਖਵੀਰ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਖਤਮ ਹੋ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਸਿਰਫ 3 ਉਮੀਦਵਾਰ ਹੀ ਜਿੱਤ ਹਾਸਲ ਕਰ ਸਕੇ ਹਨ।
ਲਿਹਾਜ਼ਾ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਢੀਂਡਸਾ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣ ਲੜਨ ਤੇ ਵੀ ਦੁੱਖ ਜ਼ਾਹਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ 94 ਸਾਲ ਦੀ ਉਮਰ ਵਿੱਚ ਮਜਬੂਰੀ ਬਸ ਚੋਣ ਲੜਨੀ ਪਈ, ਇਸ ਦਾ ਦੁੱਖ ਹੈ ਅਤੇ ਉਹ ਆਪਣੀ ਆਖਰੀ ਚੋਣ ਵੀ ਹਾਰ ਗਏ। ਲਿਹਾਜ਼ਾ ਉਹਨਾਂ ਨੂੰ ਇਹ ਚੋਣ ਨਹੀਂ ਲੜਨੀ ਚਾਹੀਦੀ ਸੀ। ਪਿੰਡ ਬਾਦਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਫਤਵਾ ਸਿਰ ਝੁਕਾ ਕੇ ਪ੍ਰਵਾਨ ਕਰਦੇ ਹਾਂ। ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਵਾਂਗ ਹੁੰਦੀ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਚੋਣਾਂ ਉੱਤੇ ਮੰਥਨ ਕਰਨ ਲਈ ਮੀਟਿੰਗ ਵੀ ਸੱਦੀ ਹੈ ਅਤੇ ਇਸ ਉੱਤੇ ਵਿਚਾਰ ਵੀ ਕਰਾਂਗੇ। ਅੱਗੇ ਬੋਲਦਿਆਂ ਉਹਨਾਂ ਭਗਵੰਤ ਮਾਨ ਅਤੇ ਸਾਰੇ ਚੁਣੇ ਹੋਏ ਵਿਧਾਇਕਾਂ ਨੂੰ ਵਧਾਈ ਦਿੱਤੀ। ਹੋਰ ਕੀ ਕੁਝ ਕਿਹਾ ਸੁਖਬੀਰ ਸਿੰਘ ਬਾਦਲ ਨੇ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੱਲ ਨਤੀਜੇ ਪੰਜਾਬ ਤੇ ਆਏ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਮੁੱਚੇ ਵਰਕਰਾਂ ਤਰਫੋਂ ਅਸੀਂ ਐਕਸੈਪਟ ਕਰਦੇ ਹਾਂ ਜੋ ਆਇਆ। ਅਸੀਂ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਵਾਂਗੂ ਹੈ ਤੇ ਅਸੀਂ ਸਿਰ ਝੁਕਾ ਕੇ ਅੱਜ ਨਤੀਜਿਆਂ ਨੂੰ ਐਕਸੈਪਟ ਕਰਦੇ ਹਾਂ। ਅਸੀਂ ਪਾਰਟੀ ਦੀ ਮੀਟਿੰਗ ਵੀ ਸੱਦੀ ਹੈ ਜਿੱਥੇ ਅਸੀਂ ਪੂਰੇ ਸਾਰੇ ਵਿਚਾਰ ਵੀ ਕਰਾਂਗੇ। ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੈ। ਮੈਂ ਭਗਵੰਤ ਮਾਨ ਜੀ ਜੋ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਉਹਨਾਂ ਨੂੰ ਪਾਰਟੀ ਨੂੰ ਵੀ ਦਿੰਦਾ, ਕਿਉਂਕਿ ਜੰਗ ਵਿੱਚ ਹਰ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਇਆ ਤੇ ਮੈਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ। ਇਸ ਲੜਾਈ ਵਿੱਚ ਮੈਂ ਮਾਣ ਨਾਲ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿਨ ਰਾਤ ਮਿਹਨਤ ਕੀਤੀ। ਇੰਨੀ ਮਿਹਨਤ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ ਜਿੰਨੀ ਐਕਤੀ ਕੀਤੀ ਹੈ ਤੇ ਆਪਣੇ ਜਿੰਨੀ ਲੀਡਰਸ਼ਿਪ ਨੇ ਕੀਤੀ ਹੈ, ਸਾਡੇ ਸਾਰੇ ਕੈਂਡੀਡੇਟ ਨੇ ਕੀਤੀ ਹੈ। ਬਾਕੀ ਰਿਜ਼ਲਟ ਤਾਂ ਪਰਮਾਤਮਾ ਦੇ ਹੱਥ 'ਚ ਹੈ। ਕੀ ਲੱਗ ਰਹੀ ਹੈ ਨਹੀਂ, ਕਾਰਨ ਹਲੇ ਵਿਚਾਰਾਂ ਲੋਕਾਂ ਨਾਲ ਵਿਚਾਰਾਂ ਕਰਕੇ, ਆਪਣੇ ਵਰਕਰਾਂ ਨਾਲ ਵਿਚਾਰਾਂ ਕਰਕੇ ਪਤਾ ਕਰਾਂਗੇ। ਸ਼ਾਇਦ ਸਾਡੇ 'ਚ ਕੋਈ ਕਮੀਆਂ ਹੋਣੀਆਂ ਜਿਹੜੀਆਂ ਅਸੀਂ ਦੇਖ ਨਹੀਂ ਸਕੇ ਜਾਂ ਸਮਝ ਨਹੀਂ ਸਕੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਕਮੀਆਂ ਨੂੰ ਦੂਰ ਕਰੀਏ ਅੱਗੇ ਤੋਂ। ਦੇਖੋ, ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ। ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ। ਹੁਣ ਵੀ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ। ਐਜ਼ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਮੈਂ ਅਸ਼ੋਰ ਕਰਨਾ ਚਾਹੁੰਦਾ ਕੋਈ ਪੰਜਾਬ ਦਾ ਮਸਲਾ ਹੈ ਜਿੱਥੇ ਸਾਡੀ ਲੋੜ ਹੋਏ ਅਸੀਂ ਕੰਸਟਰਕਟਿਵਲੀ ਪੋਜ਼ਿਟਿਵ ਰੋਲ ਪਲੇ ਕਰਾਂਗੇ। ਜਿੱਥੇ ਸਾਨੂੰ ਲੋੜ ਪਏ ਜਾਣ ਦੀ ਅਸੀਂ ਆਪਣੇ ਆਪ ਉੱਥੇ ਜਾਵਾਂਗੇ। ਸਾਡੀ ਇੱਕੋ ਇੱਕ ਸੋਚ ਹੈ ਕਿ ਪੰਜਾਬ ਬਾਰਡਰ ਸਟੇਟ ਹੈ। ਇਸ ਬਾਰਡਰ ਸਟੇਟ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਕਾਇਮ ਰੱਖਣੀ ਸਭ ਤੋਂ ਜ਼ਰੂਰੀ ਹੈ। ਸੋ ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਆ ਵਰਡਿਕਟ ਐਕਸੈਪਟ ਕਰਨਾ ਚਾਹੀਦਾ ਹੈ ਤੇ ਨਾਲੇ ਸਾਡੀ ਪੂਰੀ ਸਪੋਰਟ ਰਹੂਗੀ ਆਮ ਆਦਮੀ ਪਾਰਟੀ ਨੂੰ ਜੋ ਪੋਜ਼ਿਟਿਵ ਗੱਲ ਕਰਨਗੇ। ਪਰ ਐਜ਼ ਅ ਆਪੋਜੀਸ਼ਨ ਜੇ ਜਿੱਥੇ ਵੀ ਕਮੀਆਂ ਹੋਣਗੀਆਂ ਅਸੀਂ ਉਹ ਕਮੀਆਂ ਵੀ ਉਠਾਵਾਂਗੇ। ਪਰ ਅਖੀਰ 'ਚ ਮੈਂ ਵਧਾਈ ਜ਼ਰੂਰ ਦੇਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਆਪਣੇ ਭਗਵੰਤ ਮਾਨ ਜੀ। ਜੀ ਆਫਟਰ 57 ਸਰ ਬਾਦਲ ਫੈਮਿਲੀ ਦੇ ਵਿੱਚ ਪਹਿਲੀ ਵਾਰ ਆ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ, ਫਿਰ ਕਿਸ ਤਰ੍ਹਾਂ ਦੇ ਨਾਲ ਰੋਲ ਅਦਾ ਕਰੋਗੇ? ਦੇਖੋ, ਵਿਧਾਨ ਸਭਾ 'ਚ ਅੰਦਰ ਜਾਣਾ ਜਾਂ ਬਾਹਰ ਜਾਣਾ ਉਹ ਮਾਇਨਾ ਨਹੀਂ ਰੱਖਦਾ। ਸ਼੍ਰੋਮਣੀ ਅਕਾਲੀ ਦਲ ਜਿਵੇਂ ਮੈਂ ਕਿਹਾ ਹੈ ਪੰਜਾਬੀਆਂ ਦੀ ਆਵਾਜ਼ ਹੈ, ਸਿੱਖ ਪੰਥ ਦੀ ਆਵਾਜ਼ ਹੈ, ਖਾਲਸਾ ਪੰਥ ਦੀ ਆਵਾਜ਼ ਹੈ। ਉਹ ਆਵਾਜ਼ ਸਦਾ ਰਹੂਗੀ। ਜਿੱਥੇ ਵੀ ਆਪਣੇ ਪੰਜਾਬੀ ਨੂੰ, ਖਾਲਸਾ ਪੰਥ ਨੂੰ ਦੁਨੀਆ ਵਿੱਚ ਕੋਈ ਸਮੱਸਿਆ ਆਏ, ਦੇਸ਼ ਵਿੱਚ ਸਮੱਸਿਆ ਆਏ, ਪੰਜਾਬ ਵਿੱਚ ਸਮੱਸਿਆ ਆਏ, ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਉਸ ਸਮੱਸਿਆ ਨੂੰ ਹੱਲ ਕਰਾਏਗੀ, ਭਾਵੇਂ ਪਾਵਰ ਹੈ ਜਾਂ ਨਹੀਂ। ਦੇਖੋ, ਜੰਗਾਂ ਜਿੱਤੀਆਂ ਜਾਂਦੀਆਂ, ਜੰਗਾਂ ਹਾਰੀਆਂ ਵੀ ਜਾਂਦੀਆਂ, ਪਰ ਫੌਜਾਂ ਕਾਇਮ ਰਹਿੰਦੀਆਂ। ਸ਼੍ਰੋਮਣੀ ਅਕਾਲੀ ਦਲ ਦਾ ਫੌਜ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਸਾਨੂੰ ਮਾਣ ਹੈ ਆਪਣੀ ਪਾਰਟੀ ਦੇ ਵਰਕਰਾਂ 'ਤੇ। ਭਾਵੇਂ ਐਕਤੀ ਸਾਡੀ ਡਿਫੀਟ ਹੋਈ ਹੈ ਪਰ ਕੋਈ ਗੱਲ ਨਹੀਂ, ਜਿੱਤ ਹਾਰ ਤਾਂ ਹੁੰਦੀਆਂ ਰਹਿੰਦੀਆਂ। ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਆਪਣੇ ਵਰਕਰਾਂ ਨੇ ਬੜੀ ਮਿਹਨਤ ਕੀਤੀ। ਦੇਖੋ, ਮੈਂ 6 ਮਹੀਨੇ ਪੰਜਾਬ ਦੇ ਕੋਨੇ-ਕੋਨੇ 'ਚ ਮੈਨੂੰ ਲੱਗਦਾ ਕੱਲਾ ਮੈਂ ਹੋਣਾ ਜਿਹੜੇ ਪੰਜਾਬ ਦੇ ਹਰ ਅਸੈਂਬਲੀ ਹਲਕੇ 'ਚ ਆਪ ਗਿਆ, ਆਪ ਉਹਨਾਂ ਨੂੰ ਵਰਕਰਾਂ ਨੂੰ ਮਿਲਿਆ ਤੇ ਆਪ ਵਰਕਰਾਂ ਨਾਲ ਪਿੰਡ-ਪਿੰਡ ਗਿਆ, ਜਨਤਾ ਨੂੰ ਮਿਲਿਆ। ਪਰ ਮੈਂ ਕਹਿ ਸਕਦਾ ਭਾਵੇਂ ਅਸੀਂ ਹਾਰ ਗਏ ਪਰ ਜਿਹੜੀ ਸਾਡੇ ਪਾਰਟੀ ਦੇ ਵਰਕਰਾਂ ਦਾ ਹੌਸਲਾ ਬੁਲੰਦ ਸੀ, ਬੁਲੰਦ ਹੈ, ਹਲੇ ਵੀ ਹੈ।
ਤੇ ਸਾਨੂੰ ਮੈਨੂੰ ਮਾਣ ਹੈ ਆਪਣੇ ਵਰਕਰਾਂ ਦਾ। ਬਸ ਅੱਜ ਗੱਲ ਕਰੀਏ ਵਿਧਾਨ ਸਭਾ ਹਲਕੇ ਦੇ ਇਲੈਕਸ਼ਨ ਹੋ ਚੁੱਕੇ ਆ, ਉਸ ਤੋਂ ਬਾਅਦ ਲੋਕ ਸਭਾ ਦੇ ਇਲੈਕਸ਼ਨ ਹੋਣੇ ਹੈਗੇ ਆ, ਸ਼੍ਰੋਮਣੀ ਅਕਾਲੀ ਦਲ ਦੀ ਉਸ ਨੂੰ ਕਿਸ ਤਰ੍ਹਾਂ ਦੀ ਮਜ਼ਬੂਤੀ ਕਰ ਰਹੇ ਹੋ ਇਸ ਆਉਣ ਵਾਲੇ ਸਮੇਂ ਵਿੱਚ? ਅਸੀਂ ਆਉਣ ਵਾਲੇ ਸਮੇਂ 'ਚ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ। ਅਸੀਂ ਆਪਣੀ ਪਾਰਟੀ ਦੀ ਮੀਟਿੰਗ ਸੋਮਵਾਰ ਨੂੰ ਰੱਖ ਲਈ ਹੈ, ਜਿੱਥੇ ਸਾਰੇ ਜਿਹੜੇ ਇਲੈਕਸ਼ਨ ਲੜੇ ਹੈ ਸਾਰੇ ਉਮੀਦਵਾਰ ਬੁਲਾਏ ਗਏ ਹੈ, ਸਾਡੀ ਕੋਰ ਕਮੇਟੀ ਬੁਲਾਈ ਗਈ ਹੈ, ਇਕੱਠੇ ਹੋ ਕੇ ਅਸੀਂ ਸਾਰੀਆਂ ਚੀਜ਼ਾਂ ਅਸੀਂ ਵਿਚਾਰ ਕਰਾਂਗੇ। ਤੇ ਮੈਂ ਲੱਖਾਂ ਵੋਟਰ ਜਿਹੜੇ ਸਾਡੇ ਵੋਟਰ ਜਿਨ੍ਹਾਂ ਨੇ ਸਾਡੇ ਦੇ ਸਿਰ ਤੇ ਹੱਥ ਰੱਖਿਆ, ਦਿਲ ਦੀ ਗਹਿਰਾਈ ਤੇ ਉਹਨਾਂ ਵੀ ਧੰਨਵਾਦ ਕਰਨਾ ਚਾਹੁੰਦਾ। ਐਜ਼ ਪਾਰਟੀ ਪ੍ਰੈਜ਼ੀਡੈਂਟ ਮੈਂ ਆਪਣੀ ਜ਼ਿੰਮੇਵਾਰੀ ਵੀ ਲੈਣਾ ਕਿ ਆ ਡਿਫੀਟ ਦੀ ਜ਼ਿੰਮੇਵਾਰੀ ਮੇਰੀ ਹੈ, ਕਿਉਂਕਿ ਐਜ਼ ਜਨਰਲ ਮੈਂ ਸੀ ਤੇ ਮੇਰੇ ਹੁੰਦੇ ਆ ਡਿਫੀਟ ਹੋਈ ਹੈ। ਵੋਟ ਪਰਸੈਂਟੇਜ ਦਾ ਕਿੰਨਾ ਕੁ ਫਰਕ ਪਿਆ ਸੀ? ਵੋਟ ਪਰਸੈਂਟੇਜ ਦਾ ਫਰਕ ਪਿਆ। ਇੱਕ ਤੂਫਾਨ ਸੀ ਜਿਹਦਾ ਸਾਰੀਆਂ ਪਾਰਟੀਆਂ ਦਾ ਫਰਕ ਪਿਆ, ਪਰ ਫਿਰ ਵੀ ਮੈਂ ਇੰਨਾ ਕਹਿਣਾ ਸਾਡੀ ਵਰਕਰ ਬੜੇ ਕਾਇਮ ਹੈ, ਤੇ ਜਿਹੜੀ ਪਾਰਟੀ ਦੇ ਵਰਕਰ ਕਾਇਮ ਹੋਣ ਜਿੱਤਾਰਾਂ ਤਾਂ ਹੁੰਦੀਆਂ ਰਹਿੰਦੀਆਂ। ਆਹੀ ਵਰਕਰ ਤੁਸੀਂ ਦੇਖੋਗੇ ਅੱਗੇ ਫਤਿਹ ਵੀ ਕਰਨਗੇ। ਸੁਖਬੀਰ ਜੀ, ਵੱਡੇ ਬਾਦਲ ਸਾਹਿਬ ਕਦੇ ਨਹੀਂ ਹਾਰੇਗੇ 54 ਸਾਲਾਂ ਦੀ ਉਮਰ ਦੇ ਵਿੱਚ, ਮਤਲਬ 54 ਸਾਲਾਂ ਦੇ ਵਿੱਚ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਦੱਸਾਂ ਜੋ ਬਾਦਲ ਸਾਹਿਬ ਦੀ ਪੋਲਿਟਿਕਸ ਹੈ ਉਹ ਜਿੱਤ ਹਾਰ ਨਾਲ ਨਿਰਭਰ ਨਹੀਂ ਸੀ, ਨਾ ਕੋਈ ਮੁੱਖ ਮੰਤਰੀ ਬਣਨਾ ਨਿਰਭਰ ਸੀ। ਜਿਹੜਾ ਲੀਡਰ 16 ਸਾਲ ਜੇਲ੍ਹ ਜਾ ਸਕਦਾ ਹੈ, ਜੇ ਚਾਹੁੰਦੇ ਬਾਦਲ ਸਾਹਿਬ ਤਾਂ 16 ਸਾਲ ਜੇਲ੍ਹ ਦੀ ਬਜਾਏ ਉਹ ਮੁੱਖ ਮੰਤਰੀ ਰਹਿ ਸਕਦੇ ਸੀ। ਇਹ ਜਿਹੀਆਂ ਆਪਸ਼ਨ ਸੀ। ਉਹ ਸੈਲਫਲੈਸ ਲੀਡਰ ਹੈ। ਉਹਨਾਂ ਨੇ ਜੋ ਸੇਵਾ ਕੀਤੀ ਪੰਜਾਬ ਪ੍ਰਤੀ, ਮੈਨੂੰ ਲੱਗਦਾ ਅੱਜ ਦੀ ਜਨਰੇਸ਼ਨ ਨੇ, ਪਿਛਲੀਆਂ ਜਨਰੇਸ਼ਨਾਂ 'ਚ ਵੀ ਇਹੋ ਜਿਹਾ ਲੀਡਰ ਨਹੀਂ ਜਿਨ੍ਹਾਂ ਨੇ ਇਹੋ ਜਿਹੀ ਸੇਵਾ ਕੀਤੀ ਹੋਈ। ਸਰ ਬਿਫੋਰ ਇਲੈਕਸ਼ਨਸ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਜਿੱਦਾਂ ਹੌਟ ਸੀਟਸ ਨੇ, ਤੁਸੀਂ ਬੜੇ ਰਿਸਪੌਂਸੀਬਲ ਆ, ਜਿਹੜਾ ਪਹਿਲਾਂ ਵੀ ਕੰਮ ਕੀਤਾ ਔਰ ਪਾਰਟੀ ਲੀਡ ਵੀ ਕੀਤਾ, ਕੁਝ ਇਸ ਤਰ੍ਹਾਂ ਦੇ ਇਨਪੁਟ ਤੁਹਾਨੂੰ ਪਹਿਲਾਂ ਨਹੀਂ ਲੱਗਿਆ ਕਿ ਹੌਟ ਸੀਟਸ ਦੇ ਉੱਪਰ ਵੀ ਕਿਤੇ ਨਾ ਕਿਤੇ ਰਿਜ਼ਲਟ ਨੈਗੇਟਿਵ ਆ ਸਕਦਾ ਸੀ? ਜਦੋਂ ਜੰਗ ਚੱਲ ਰਹੀ ਸੀ ਕਿਸੇ ਨੂੰ ਇਹ ਜਿਹੇ ਰਿਜ਼ਲਟ ਦੀ ਤਾਂ ਕਿਸੇ ਨੂੰ ਉਮੀਦ ਨਹੀਂ ਸੀ, ਕਿਉਂਕਿ ਅਸੀਂ ਆਪਣੇ ਵਰਕਰਾਂ ਦਾ ਹੌਸਲਾ ਦੇਖਦੇ ਸੀ, ਆਪਣੇ ਵਰਕਰਾਂ ਦੀ ਮਿਹਨਤ ਦੇਖੀ ਹੈ, ਕਿਸੇ 'ਚ ਕੋਈ ਕਮੀ ਨਹੀਂ ਸੀ। ਤੁਹਾਨੂੰ ਉਦੋਂ ਸ਼ੱਕ ਹੁੰਦਾ ਜੇ ਮਿਹਨਤ ਆਪਣੇ ਵਰਕਰਾਂ ਨੂੰ ਪਤਾ ਲੱਗ ਜਾਏ ਮਿਹਨਤ ਨਹੀਂ ਕਰ ਰਹੇ, ਪਰ ਜੇ ਜਾਨ ਮਾਰ ਕੇ ਮਿਹਨਤ ਕਰ ਰਹੇ ਆ, ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ, ਤਾਂ ਉਹ ਤਾਂ ਬੈਡ ਲੱਕ ਹੈ। ਉਹ ਤਾਂ ਹੁੰਦਾ ਹੈ ਜ਼ਿੰਦਗੀ 'ਚ। ਜਿਹੜੇ ਤੁਸੀਂ ਦੇਖੋ ਫੌਜ ਦਾ ਕੰਮ ਹੈ ਲੜਨਾ, ਤੇ ਖਾਲਸਾ ਪੰਥ ਨੇ ਤਾਂ ਸਦਾ ਲੜਾਈਆਂ ਲੜੀਆਂ। ਮੁਗਲਾਂ ਦੇ ਖਿਲਾਫ ਲੜਾਈ ਲੜਦੇ ਰਹੇ, ਹਾਰਦੇ ਵੀ ਰਹੇ, ਜਿੱਤਦੇ ਵੀ ਰਹੇ। ਇਹਦਾ ਮਤਲਬ ਨਹੀਂ ਹੈ ਕਿ ਹਾਰ ਗਏ ਤੇ ਅਸੀਂ ਘਰੇ ਬਹਿ ਗਏ। ਹਾਰਨ ਦਾ ਮਤਲਬ ਹੈ ਕਿ ਹੁਣ ਅਗਲੀ ਵਾਰ ਜਿੱਤਾਂਗੇ। ਬਾਦਲ ਸਾਹਿਬ, ਇੱਕ ਜਿੱਦਾਂ ਦੋਨਾਂ ਪਾਰਟੀਆਂ ਦੇ ਵਿੱਚ ਲੋਕਾਂ ਦਾ ਕੁਝ ਗੁੱਸਾ ਸੀ, ਉਹ ਜਲਦਬਾਜ਼ੀ 'ਚ ਲੋਕਾਂ ਨੇ ਕੋਈ ਫੈਸਲਾ ਬਦਲਾ ਨਹੀਂ, ਉਹ ਕੋਈ ਫੈਸਲਾ ਲਿਆ। ਕਿਤੇ ਨਾ ਕਿਤੇ ਲੋਕ ਲੱਗਦਾ ਨਹੀਂ ਉਹਨਾਂ ਸ਼ੁਰੂ ਕੇ ਫੈਸਲੇ ਲੈ ਕੇ ਪਛਤਾਉਣਗੇ। ਇਹ ਮੈਂ ਕਿਸੇ ਪਛਤਾਉਣ ਦੀ ਗੱਲ ਨਹੀਂ ਕਰਨਾ ਚਾਹੁੰਦਾ। ਦੇਖੋ ਜਨਤਾ ਦਾ ਫੈਸਲਾ ਹੈ, ਰੱਬ ਦਾ ਫੈਸਲਾ ਹੈ। ਜੋ ਫੈਸਲਾ ਹੈ, ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ, ਮੈਨੂੰ ਪੂਰੀ ਆਸ ਹੈ ਕਿ ਜਿਸ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੰਮ ਜ਼ਰੂਰ ਕਰੂਗੀ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਕੈਤ ਨੇ ਕਿਹਾ ਕਿ ਭਾਜਪਾ ਨੇ ਸਿਰਫ ਵੱਧ ਤੋਂ ਵੱਧ ਵੋਟਾਂ ਹਾਸਲ ਕਰਨ ਲਈ ਕੰਮ ਕੀਤਾ ਹੈ ਅਤੇ ਅਜਿਹਾ ਕਰਨ ਵਿੱਚ ਸਫਲ ਰਹੀ ਹੈ। ਉਹਨਾਂ ਕਿਹਾ ਕਿ ਅਸੀਂ 13 ਮਹੀਨਿਆਂ ਤੱਕ ਕਿਸਾਨ ਅੰਦੋਲਨ ਨੂੰ ਸਫਲਤਾਪੂਰਵਕ ਚਲਾਇਆ। ਅਸੀਂ ਅੰਦੋਲਨਕਾਰੀਆਂ ਅਤੇ ਭਾਜਪਾ ਵੋਟਕਾਰੀ ਹੈ। ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਕਿਸਾਨ ਅੰਦੋਲਨ ਦੇ ਪ੍ਰਭਾਵ ਬਾਰੇ ਟਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਭਾਜਪਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸਪਸ਼ਟ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਵਿਰੋਧੀਆਂ ਨੇ ਫਤਵਾ ਮੰਨ ਲਿਆ ਹੈ, ਪਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਕਿਸਾਨ ਨੇਤਾ ਰਾਕੇਸ਼ ਟਕੈਤ ਨੇ ਵੱਖਰਾ ਬਿਆਨ ਦਿੱਤਾ ਹੈ। ਜਦੋਂ ਉਹਨਾਂ ਨੂੰ ਚੋਣਾਂ ਵਿੱਚ ਭਾਜਪਾ ਦੀ ਜਿੱਤ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਦੀ ਜਿੱਤ ਨਹੀਂ ਹੈ, ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਕੈਤ ਨੇ ਕਿਹਾ ਹੈ ਕਿ ਜਨਤਾ ਨੇ ਵੋਟ ਨਹੀਂ ਪਾਈ, ਪਰ ਪਤਾ ਨਹੀਂ ਹੈ ਕੀ ਹੋ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਮਸ਼ੀਨ ਦੀ ਵੋਟ ਹੈ। ਇਸ ਦੇ ਨਾਲ ਹੀ ਰਾਕੇਸ਼ ਟਕੈਤ ਨੇ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਹੈ। देखो, रुझान ये है कि किसी के भी पक्ष में जाओ, बीजेपी के पक्ष में ज़्यादा जा रहे हैं। यहाँ पे देश में एक ही चीज़ पर काम हुआ कि वोट कैसे मिलेगी, और उस पर बीजेपी कामयाब है कि वोट कैसे लेनी है, उस पर कामयाबी मिल रही है इनको। हमारा है आंदोलन का काम। जैसे हमको पता कि आंदोलन कैसे होना, तो हम आंदोलनकारी है।
ਸੋ ਫਿਲਹਾਲ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਮਿਲਦੇ ਹਾਂ ਬ੍ਰੇਕ ਤੋਂ ਬਾਅਦ। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਗਡੂਰਾ ਰੀਅਲ ਏਸਟੇਟ ਅਤੇ ਗਡੂਰਾ ਮੌਰਗੇਜ ਨਿਊਯਾਰਕ ਦੀ ਕੁਇਨਜ਼ ਵਿੱਚ ਸਭ ਤੋਂ ਪੁਰਾਣੀ ਬ੍ਰੋਕਰੇਜ ਕੰਪਨੀ, ਲੋਕਾਂ ਦੀ ਭਰੋਸੇਮੰਦ ਅਤੇ ਆਜ਼ਮਾਈ ਹੋਈ ਗਡੂਰਾ ਰੀਅਲ ਏਸਟੇਟ। ਇਸ ਕੋਲ ਭਰੋਸੇਮੰਦ ਰੀਅਲ ਏਸਟੇਟ ਏਜੰਟਾਂ ਦੀ ਟੀਮ ਹੈ। ਕਾਲ ਵਿਨੋਦ ਗਡੂਰਾ 9176828560। ਨਾਲ ਹੀ ਮੌਰਗੇਜ ਲਈ ਕਿਤੇ ਜਾਣ ਦੀ ਲੋੜ ਨਹੀਂ। ਗਡੂਰਾ ਮੌਰਗੇਜ ਇਸੀ ਛੱਤ ਹੇਠ ਪਰਚੇਜ਼ ਅਤੇ ਰੀਫਾਈਨੈਂਸ ਦੀ ਸਹੂਲਤ ਵੀ ਉਪਲਬਧ ਕਰਵਾਉਂਦਾ ਹੈ। Call Vineet Gadura MBA, President and Owner, Gadura Mortgage, number 7186400444। ਸੁਹਾਗ ਜੁਐਲਰਸ ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ਟਰੀ ਰੋਡ, ਇਸਲਿਨ, ਨਿਊ ਜਰਸੀ। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 ਓਕ ਟਰੀ ਰੋਡ, ਇਸਲਿਨ, ਨਿਊ ਜਰਸੀ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਮੈਟਾਵਨ ਡੇ ਕੇਅਰ ਸੈਂਟਰ ਇੱਕ ਮੈਡੀਕਲ ਡੇ ਕੇਅਰ ਪ੍ਰੋਗਰਾਮ ਹੈ ਜੋ ਮੈਟਾਵਨ ਅਤੇ ਆਸ-ਪਾਸ ਦੇ ਖੇਤਰਾਂ ਦੀ ਸੇਵਾ ਕਰਦਾ ਹੈ। ਇੱਥੇ ਲਾਇਸੈਂਸਸ਼ੁਦਾ ਨਰਸਿੰਗ ਕਰਮਚਾਰੀ, ਲਾਇਸੈਂਸਸ਼ੁਦਾ ਸੋਸ਼ਲ ਵਰਕਰ, ਪ੍ਰਮਾਣਿਤ ਡਾਈਟੀਸ਼ੀਅਨ, ਗਤੀਵਿਧੀਆਂ ਦੇ ਨਿਰਦੇਸ਼ਕ, ਤੁਹਾਡੀ ਸਿਹਤ ਸਥਿਤੀਆਂ ਦੀ ਨਿਗਰਾਨੀ, ਸਰੀਰਕ ਅਤੇ ਕਿੱਤਾ-ਮੁਖੀ ਥੈਰੇਪੀ ਦਾ ਤਾਲਮੇਲ, ਗਰੁੱਪ ਐਕਟੀਵਿਟੀ, ਐਕਸਰਸਾਈਜ਼, ਆਰਟ ਅਤੇ ਹੋਰ ਵੀ ਬਹੁਤ ਕੁਝ। ਤੁਹਾਡੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮੋਨੀਟਰਿੰਗ, ਡੋਰ ਟੂ ਡੋਰ ਟਰਾਂਸਪੋਰਟੇਸ਼ਨ ਦੀ ਸੁਵਿਧਾ ਦੇ ਨਾਲ ਗਰਮ ਤੇ ਪੌਸ਼ਟਿਕ ਨਾਸ਼ਤਾ ਤੇ ਲੰਚ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਸਾਡਾ ਸਟਾਫ ਖਰੀਦਦਾਰੀ ਵਿੱਚ ਤੁਹਾਡੀ ਮਦਦ ਵੀ ਕਰ ਸਕਦਾ ਹੈ। ਸਾਡੇ ਨਾਲ ਹੇਠ ਲਿਖੇ ਪਤੇ ਤੇ ਸੰਪਰਕ ਕਰੋ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਰੁਖ ਬਾਕੀ ਦੀਆਂ ਖਬਰਾਂ ਦੇ ਵੱਲ। ਪੰਜਾਬ ਦੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੱਜ ਜਨਤਕ ਤੌਰ ਉੱਤੇ ਵਿਚਰਦੇ ਨਜ਼ਰ ਆਏ ਨੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਵਿੱਚ ਲੋਕਾਂ ਨੂੰ ਮਿਲਣ ਪਹੁੰਚੇ ਅਤੇ ਪੰਜਾਬ ਦੀ ਸਿਆਸਤ ਵਿੱਚ ਆਏ ਬਦਲਾਅ ਬਾਰੇ ਆਪਣੇ ਵਿਚਾਰ ਵੀ ਦੱਸੇ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਤੇ ਖੁਦ ਵੀ ਅੰਮ੍ਰਿਤਸਰ ਪੂਰਬੀ ਸੀਟ ਤੋਂ ਹਾਰਨ ਉਪਰੰਤ ਨਵਜੋਤ ਸਿੰਘ ਸਿੱਧੂ ਅਗਲੇ ਹੀ ਦਿਨ ਆਪਣੇ ਖੇਤਰ ਵਿੱਚ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆਏ ਅਤੇ ਇਸ ਮੌਕੇ ਉਹਨਾਂ ਨਾ ਸਿਰਫ ਨਤੀਜਿਆਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਬਲਕਿ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਇਸੇ ਤਰ੍ਹਾਂ ਕਰਦੇ ਰਹਿਣਗੇ। ਮੇਰਾ ਮਕਸਦ ਪੰਜਾਬ ਦਾ ਉਥਾਨ ਹੈ। ਉਸ ਮਕਸਦ ਤੋਂ ਮੈਂ ਕਦੇ ਡੋਲਿਆ ਨਹੀਂ, ਨਾ ਡੋਲਾਂਗਾ। ਦੂਜੀ ਗੱਲ ਇਹ, ਜਿਨ੍ਹਾਂ ਨੇ ਟੋਏ ਪੱਟੇ, ਤਿੰਨ ਚਾਰ ਤਾਂ ਮੁੱਖ ਮੰਤਰੀ ਭੁਗਤ ਗਏ। ਇਹ ਉਹਨਾਂ ਦੇ ਕਰਮਾਂ ਦੇ ਨਤੀਜੇ ਹੈ। ਜਿਹੇ ਜੇ ਬੀਜ ਕੋਈ ਬੋਊਗਾ ਅੰਕੁਰ ਉਹੋ ਜਿਹਾ ਹੀ ਫੁੱਟੂਗਾ। ਮੈਂ ਗੱਲ ਕਰ ਰਿਹਾ ਆਸ ਤੇ ਉਮੀਦ ਦੀ। ਉਹਨਾਂ ਨੇ ਆਸ ਔਰ ਉਮੀਦ ਦੇ ਨਾਲ ਵੋਟਾਂ ਪਾ ਕੇ ਆਮ ਆਦਮੀ ਦੀ ਸਰਕਾਰ ਬਣਾਈ ਹੈ। 90-92 ਸੀਟਾਂ ਦੇ ਨਾਲ ਪਹੁੰਚੇ ਔਰ ਇਹ ਆਸ ਔਰ ਉਮੀਦ ਦੇ ਉੱਤੇ ਆਮ ਆਦਮੀ ਪਾਰਟੀ ਖਰੀ ਉਤਰੇ। ਜੇ ਉਹ ਯਾਰ ਨਤੀਜੇ ਹੋਣੇ ਸੀ, ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਮੈਂ ਉਹਨੂੰ ਚਾਚਾ ਨਾ ਕਹਿੰਦਾ ਮਿੱਤਰਾ। ਇਹ ਰਾਜਨੀਤੀ ਬਦਲਾਵ ਦੀ ਸੀ। ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ
ਕਿ ਉਹਨਾਂ ਨੇ ਇੰਨਾ ਕੁ ਪ੍ਰੈਜ਼ੀਡੈਂਟ ਤੁਸੀਂ ਮੈਂ ਕਹਿ ਰਿਹਾ, ਮੈਂ ਠੋਕ ਕੇ ਕਹਿ ਰਿਹਾ ਕਿ ਬਦਲਾਵ ਉਹਨਾਂ ਨੇ ਕੀਤਾ ਹੈ ਔਰ ਲੋਕ ਕਦੇ ਗਲਤ ਨਹੀਂ ਹੁੰਦੇ। ਮੈਂ ਕੱਲ ਵੀ ਕਿਹਾ ਸੀ। ਮਾਨਯੋਗ ਸੁਪਰੀਮ ਕੋਰਟ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਉੱਤੇ ਮੰਗਲਵਾਰ ਨੂੰ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ। ਐਡਵੋਕੇਟ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਦੱਸਿਆ ਕਿ ਬੀਤੀ ਰਾਤ ਲਖੀਮਪੁਰ ਖੀਰੀ ਕੇਸ ਦੇ ਇੱਕ ਗਵਾਹ ਉੱਤੇ ਹਮਲਾ ਕੀਤਾ ਗਿਆ ਸੀ। ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਹੁਣ 15 ਮਾਰਚ ਨੂੰ ਸੁਣਵਾਈ ਕਰੇਗੀ। ਇਸ ਹਿੰਸਾ ਵਿੱਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਚੀਫ ਜਸਟਿਸ ਐਨ ਵੀ ਰਾਮੰਨਾ, ਜਸਟਿਸ AS ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਨੂੰ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਦੱਸਿਆ ਹੈ ਕਿ ਪਟੀਸ਼ਨ ਅੱਜ 11 ਮਾਰਚ ਲਈ ਸੂਚੀਬੱਧ ਸੀ, ਪਰ ਅੱਜ ਸੁਣਵਾਈ ਲਈ ਪਟੀਸ਼ਨਾਂ ਦੀ ਸੂਚੀ ਵਿੱਚ ਇਹ ਸ਼ਾਮਲ ਨਹੀਂ ਹੈ। ਇਸੇ ਦੌਰਾਨ ਵੀਰਵਾਰ ਰਾਤ ਨੂੰ ਇਸ ਮਾਮਲੇ ਦੇ ਅਹਿਮ ਗਵਾਹ ਤੇ ਵੀ ਹਮਲਾ ਕੀਤਾ ਗਿਆ ਹੈ। ਫਿਰੋਜ਼ਪੁਰ ਦੇ ਮਮਦੋਟ ਖੇਤਰ ਵਿੱਚ ਹਿੰਦ ਪਾਕ ਕੌਮਾਂਤਰੀ ਸਰਹੱਦ ਤੋਂ ਖੂਫੀਆ ਜਾਣਕਾਰੀ ਤਹਿਤ BSF ਤੇ STF ਨੇ ਸਾਂਝੇ ਆਪਰੇਸ਼ਨ ਦੌਰਾਨ ਸਰਹੱਦੀ ਚੌਂਕੀ ਸ਼ਮਸੇਕੇ ਤੋਂ ਜ਼ੀਰੋ ਲਾਈਨ ਨੇੜਿਓਂ ਵੱਡੀ ਮਾਤਰਾ ਵਿੱਚ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਫਿਰੋਜ਼ਪੁਰ ਦੇ ਮਮਦੋਟ ਖੇਤਰ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ BSF ਤੇ ਸ਼ਮਚਕੇ ਚੌਂਕੀ ਦੇ ਨਜ਼ਦੀਕ ਪੁਲਿਸ ਅਤੇ BSF ਨੇ ਸਾਂਝੇ ਆਪਰੇਸ਼ਨ ਦੌਰਾਨ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਲੁਧਿਆਣਾ STF ਦੀ ਟੀਮ ਨੂੰ ਪਾਕਿਸਤਾਨ ਤੋਂ ਆਏ ਹਥਿਆਰਾਂ ਦੀ ਖੇਪ ਬਾਰੇ ਜਾਣਕਾਰੀ ਮਿਲੀ ਸੀ, ਜਿਸ ਮਗਰੋਂ BSF ਦੇ ਅਧਿਕਾਰੀਆਂ ਦੀ ਟੀਮ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਦੀਆਂ ਬਣੀਆਂ 5 ਸੈਮੀ ਆਟੋਮੈਟਿਕ ਰਾਈਫਲਾਂ, 10 ਮੈਗਜ਼ੀਨ, 5 ਚੀਨੀ ਪਿਸਤੌਲ ਅਤੇ 10 ਮੈਗਜ਼ੀਨ, 3 ਅਮਰੀਕਨ ਕੋਲਟ ਰਾਈਫਲਾਂ ਅਤੇ 6 ਮੈਗਜ਼ੀਨ ਸਣੇ ਭਾਰੀ ਮਾਤਰਾ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੇ ਗੁਰੇਜ਼ 'ਚ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਗੁਰੇਜ਼ ਸੈਕਟਰ ਦੇ ਬਰਾਊਨ ਇਲਾਕੇ 'ਚ ਵਾਪਰਿਆ, ਜਿੱਥੇ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਪੈਦਲ ਅਤੇ ਹੈਲੀਕਾਪਟਰ ਰਾਹੀਂ ਹਾਦਸੇ ਵਾਲੀ ਥਾਂ ਉੱਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪਾਇਲਟ ਸੁਰੱਖਿਅਤ ਹੈ। ਥਲ ਸੈਨਾ ਹੈਲੀਕਾਪਟਰ ਚੀਤਾ ਜੋ BSF ਦੇ ਬਿਮਾਰ ਜਵਾਨ ਨੂੰ ਲੈਣ ਜਾ ਰਿਹਾ ਸੀ, ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਦੂਰ ਦੁਰਾਡੇ ਖੇਤਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੇ ਕਾਰਨਾਂ ਅਤੇ ਕਿਸੇ ਜਾਨੀ ਨੁਕਸਾਨ ਬਾਰੇ ਤੁਰੰਤ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਹੈਲੀਕਾਪਟਰ ਉਤਰਨ ਵਾਲਾ ਸੀ, ਪਰ ਖਰਾਬ ਮੌਸਮ ਕਾਰਨ ਉਹ ਕੰਟਰੋਲ ਗਵਾ ਬੈਠਾ। ਇਹ ਹਾਦਸਾ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿੱਚ ਗੁਜਰਾਂ ਡਰੇਨ ਨੇੜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਬਚਾਅ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਹਵਾਈ ਖੋਜ ਟੀਮਾਂ ਬਚੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਹਾਦਸੇ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਪਾਕਿਸਤਾਨ ਨੇ ਭਾਰਤੀ ਸਫਾਰਤਖਾਨੇ ਦੇ ਇੰਚਾਰਜ ਨੂੰ ਤਲਬ ਕਰਕੇ ਆਪਣੇ ਹਵਾਈ ਖੇਤਰ ਦੀ ਉੱਡਣ ਵਾਲੀ ਭਾਰਤੀ ਸੁਪਰਸੈਨਿਕ ਵਸਤੂ ਵੱਲੋਂ ਕਥਿਤ ਤੌਰ ਉੱਤੇ ਉਲੰਘਣਾ ਕਰਨ ਤੇ ਆਪਣਾ ਸਖਤ ਵਿਰੋਧ ਦਰਜ ਕਰਵਾਇਆ ਹੈ ਅਤੇ ਇਸ ਘਟਨਾ ਦੀ ਪੂਰੀ ਤੇ ਪਾਰਦਰਸ਼ੀ ਜਾਂਚ ਦੀ ਮੰਗ ਵੀ ਕੀਤੀ ਹੈ। ਪਾਕਿਸਤਾਨ ਨੇ ਭਾਰਤ ਦੇ ਦੂਤਘਰ ਦੇ ਇੰਚਾਰਜ ਨੂੰ ਤਲਬ ਕਰਕੇ ਉੱਡਣ ਵਾਲੀ ਭਾਰਤੀ ਸੁਪਰਸੋਨਿਕ ਵਸਤੂ ਵੱਲੋਂ ਉਸਦੇ ਹਵਾਈ ਖੇਤਰ ਦਾ ਕਥਿਤ ਤੌਰ ਤੇ ਬਿਨਾਂ ਉਕਸਾਵੇ ਦੇ ਉਲੰਘਣ ਕਰਨ ਤੇ ਆਪਣਾ ਸਖਤ ਵਿਰੋਧ ਦਰਜ ਕਰਵਾਇਆ ਹੈ ਅਤੇ ਇਸ ਘਟਨਾ ਦੀ ਵਿਸਤ੍ਰਿਤ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਵਿਦੇਸ਼ ਦਫ਼ਤਰ ਨੇ ਅੱਧੀ ਰਾਤ ਤੋਂ ਬਾਅਦ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਭਾਰਤੀ ਡਿਪਲੋਮੈਟ ਨੂੰ ਵੀਰਵਾਰ ਰਾਤ ਨੂੰ ਇੱਕ ਉੱਡਣ ਵਾਲੀ ਭਾਰਤੀ ਸੁਪਰਸੋਨਿਕ ਵਸਤੂ ਵੱਲੋਂ ਉਸਦੇ ਹਵਾਈ ਖੇਤਰ ਦੀ ਕਥਿਤ ਉਲੰਘਣਾ ਬਾਰੇ ਦੱਸਿਆ ਗਿਆ ਹੈ। ਇਹ ਵਸਤੂ 9 ਮਾਰਚ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:43 ਤੇ ਭਾਰਤ ਦੇ ਸੂਰਤਗੜ੍ਹ ਤੋਂ ਪਾਕਿਸਤਾਨ ਵਿੱਚ ਦਾਖਲ ਹੋਈ ਸੀ। ਬਾਅਦ ਵਿੱਚ ਇਹ ਵਸਤੂ ਉਸੇ ਦਿਨ ਸ਼ਾਮ ਨੂੰ 6:50 ਤੇ ਪਾਕਿਸਤਾਨ ਪੰਜਾਬ ਦੇ ਸੂਬੇ ਮੀਆਂ ਚੁੰਨੂ ਸ਼ਹਿਰ ਵਿੱਚ ਜ਼ਮੀਨ ਤੇ ਆ ਡਿੱਗੀ, ਜਿਸ ਨਾਲ ਨਾਗਰਿਕ ਸੰਪत्ति ਨੂੰ ਨੁਕਸਾਨ ਪਹੁੰਚਿਆ। ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਭਾਰਤ ਡਿਪਲੋਮੈਟ ਨੂੰ ਦੱਸਿਆ ਗਿਆ ਹੈ ਕਿ ਇਸ ਉੱਡਣ ਵਾਲੀ ਵਸਤੂ ਨੂੰ ਗੈਰ ਵਾਜਿਬ ਤਰੀਕੇ ਨਾਲ ਛੱਡੇ ਜਾਣ ਕਾਰਨ ਨਾ ਸਿਰਫ ਨਾਗਰਿਕ ਸੰਪत्ति ਨੂੰ ਨੁਕਸਾਨ ਹੋਇਆ ਹੈ, ਸਗੋਂ ਮਨੁੱਖੀ ਜੀਵਨ ਲਈ ਵੀ ਖਤਰਾ ਪੈਦਾ ਹੋਇਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਕਈ ਘਰੇਲੂ ਅੰਤਰਰਾਸ਼ਟਰੀ ਉਡਾਨਾਂ ਨੂੰ ਵੀ ਖਤਰਾ ਪਹੁੰਚਿਆ ਅਤੇ ਇਸ ਕਾਰਨ ਗੰਭੀਰ ਜਹਾਜ਼ ਹਾਦਸਾ ਵੀ ਹੋ ਸਕਦਾ ਸੀ। ਭਾਰਤ ਨੇ ਅਜੇ ਤੱਕ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪਾਕਿਸਤਾਨ ਨੇ ਭਾਰਤ ਨੂੰ ਘਟਨਾ ਦੀ ਵਿਸਤ੍ਰਿਤ ਅਤੇ ਪਾਰਦਰਸ਼ੀ ਜਾਂਚ ਕਰਨ ਅਤੇ ਇਸ ਦੇ ਨਤੀਜੇ ਉਸ ਨਾਲ ਸਾਂਝੇ ਕਰਨ ਲਈ ਵੀ ਕਿਹਾ ਹੈ। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ। ਕੱਲ ਫਿਰ ਮੁਖਾਤਿਬ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ, ਪਰ ਤੁਸੀਂ ਤਾਜ਼ਾ ਤਰੀਨ ਅਪਡੇਟ ਦੇ ਲਈ ਦੇਖਦੇ ਰਹੋ ਪਾਜ TV ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।